ਧੰਨ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ ਦਾ ਮੁਬਾਰਕ ਬਚਨ ਮੁਦਾਵਨੀ ਦੇ ਵਿੱਚੋਂ ਆਪਾਂ ਵਿਚਾਰ ਆਰੰਭ ਕਰਨੀ ਹੈ। ਇਹ ਵਸਤ ਤਜੀ ਨਹੀਂ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਦੇ ਵਿੱਚ ਵਸਤੂਆਂ ਪਈਆਂ ਹੋਈਆਂ ਨੇ, ਇਹਨਾਂ ਨੂੰ ਤਜਿਆ ਦਾ ਮਤਲਬ ਹੁੰਦਾ ਛੱਡ ਨਹੀਂ ਸਕਦੇ। ਜ਼ਿੰਦਗੀ ਜੀਉਣ ਲਈ ਆਪਾਂ ਸਰੀਰਕ ਤੌਰ ਤੇ ਕੁਝ ਚੀਜ਼ਾਂ ਕਦੀ ਵੀ ਛੱਡ ਨਹੀਂ ਸਕਦੇ। ਜਿਵੇਂ ਰੋਟੀ ਆਪਾਂ ਨਹੀਂ ਛੱਡ ਸਕਦੇ, ਕੁਝ ਦਿਨ ਭੁੱਖੇ ਰਹਿਣ ਤੋਂ ਬਾਅਦ ਸਰੀਰ ਖਾਤਮੇ ਵੱਲ ਚੱਲਣਾ ਸ਼ੁਰੂ ਹੋ ਜਾਏਗਾ। ਪਾਣੀ ਹੈ, ਪਾਣੀ ਤੋਂ ਬਗੈਰ ਮਨੁੱਖ ਜਿਉਂਦਾ ਨਹੀਂ ਰਹਿੰਦਾ। ਹਾਲਾਂਕਿ ਰੋਟੀ ਤੋਂ ਬਗੈਰ ਫਿਰ ਵੀ ਕੁਝ ਦਿਨ ਕੱਟ ਲਏਗਾ, ਪਰ ਪਾਣੀ ਤੋਂ ਬਗੈਰ ਮਨੁੱਖ ਬਹੁਤੇ ਦਿਨ ਨਹੀਂ ਕੱਟਦਾ। ਜਦੋਂ ਕੋਈ ਭੁੱਖ ਹੜਤਾਲ ਕਰਦਾ, ਉਹ ਰੋਟੀ ਦਾ ਤਿਆਗ ਕਰਦਾ ਹੈ, ਪਾਣੀ ਦਾ ਤਿਆਗ ਨਹੀਂ ਕਰਦਾ। ਪਰ ਜਦੋਂ ਕਿਤੇ ਕੋਈ ਪਾਣੀ ਦਾ ਵੀ ਤਿਆਗ ਕਰ ਗਿਆ ਵੀ ਕੁਝ ਵੀ ਮੁੱਖ ਦੇ ਵਿੱਚ ਨਹੀਂ ਪਾਉਣਾ, ਤੇ ਫਿਰ ਉਸ ਵਕਤ ਉਹਦੀਆਂ ਮੰਗਾਂ ਜਿਹੜੀਆਂ ਨੇ ਇੱਕਦਮ ਮੰਨ ਲਈਆਂ ਜਾਂਦੀਆਂ ਨੇ, ਕਿਉਂਕਿ ਪਾਣੀ ਤੋਂ ਬਗੈਰ ਬਹੁਤਾ ਲੰਬਾ ਸਮਾਂ ਮਨੁੱਖ ਨਹੀਂ ਜਿਉਂਦਾ ਰਹਿ ਸਕਦਾ। ਇਸੇ ਤਰ੍ਹਾਂ ਮਨੁੱਖ ਦੀਆਂ ਮੁੱਢਲੀਆਂ ਜਿਹੜੀਆਂ ਜ਼ਰੂਰਤਾਂ ਨੇ, ਜਿਹਦੇ ਸਹਾਰੇ ਮਨੁੱਖ ਜਿਉਂਦਾ ਹੈ, ਜੇ ਉਹਨਾਂ ਦੇ ਵਿੱਚੋਂ ਕੋਈ ਮਨੁੱਖ ਤਿਆਗ ਦੇਵੇ ਵਸਤੂ ਨੂੰ, ਤੇ ਉਹ ਜਿਉਂਦਾ ਨਹੀਂ ਰਹਿ ਸਕਦਾ। ਖੂਨ ਆ ਮਨੁੱਖ ਦੇ ਅੰਦਰ, ਖੂਨ ਤੋਂ ਬਗੈਰ ਮਨੁੱਖ ਨਹੀਂ ਜਿਉਂਦਾ ਰਹਿ ਸਕਦਾ। ਘਟ ਜਾਵੇ ਤੇ ਬਿਮਾਰੀਆਂ ਇੱਕਦਮ ਘੇਰ ਲੈਣਗੀਆਂ, ਮੌਤ ਵਾਲੇ ਪਾਸੇ ਨੂੰ ਤੁਰ ਪਏਗਾ। ਸਾਹ ਆ ਮਨੁੱਖ ਦਾ, ਉਹ ਤੋਂ ਇੱਕ ਮਿੰਟ ਵੀ ਰਹਿ ਨਹੀਂ ਸਕਦਾ, ਕਿਉਂਕਿ ਸਾਹ ਤੋਂ ਬਗੈਰ ਤੇ ਮਨੁੱਖ ਜਿਉਂਦਾ ਹੀ ਨਹੀਂ ਰਹਿ ਸਕਦਾ ਨਾ। ਇਹ ਜਿਹੜੀਆਂ ਸਰੀਰਕ ਤਲ ਦੇ ਉੱਤੇ ਕੁਝ ਵਸਤੂਆਂ ਨੇ, ਜਿਸ ਨੂੰ ਤਿਆਗਣ ਤੋਂ ਬਾਅਦ ਮੌਤ ਹੈ, ਇਹ ਕਦੀ ਤਿਆਗਦਾ ਨਹੀਂ ਮਨੁੱਖ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਤੇਰੀ ਆਮ ਜ਼ਿੰਦਗੀ ਦੀ ਰੂਟੀਨ ਹੈ, ਤੇਰੀ ਆਮ ਜ਼ਿੰਦਗੀ ਦੀ ਕਹਾਣੀ ਹੈ। ਤੂੰ ਇਹਨੂੰ ਆਪਣੇ ਅਧਿਆਤਮਕ ਤੌਰ ਤੇ ਲਾਗੂ ਕਰਕੇ ਵੇਖ। ਪਰਮੇਸ਼ਰ ਦਾ ਨਾਮ ਵੀ ਜਿਹੜਾ ਸ਼ੁਭ ਗੁਣ ਜਿਹੜੇ ਨੇ, ਉਹਨਾਂ ਨੂੰ ਵੀ ਤਿਆਗਣਾ ਨਹੀਂ। ਜੇ ਤੂੰ ਤਿਆਗ ਦੇਗਾ ਤੇ ਖਿਆਲ ਕਰੀ ਅਧਿਆਤਮਕ ਤੌਰ ਤੇ ਤੂੰ ਮਰ ਜਾਵੇਂਗਾ। ਸਤਿਗੁਰੂ ਦਾ ਪਾਵਨ ਬਚਨ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜਿਤਾ ਖਾਏ। ਸਤਿਗੁਰੂ ਮਹਾਰਾਜ ਕਹਿੰਦੇ ਜਿਉਂਦਾ ਉਹ ਹੈ ਜਿਹੜਾ ਨਾਮ ਹਿਰਦੇ ਦੇ ਵਿੱਚ ਸਾਂਭ ਕੇ ਰੱਖਦਾ, ਆਪਣੀ ਸੁਰਤ ਨੂੰ ਨਾਮ ਦੇ ਵਿੱਚ ਜੋੜ ਕੇ ਰੱਖਦਾ। ਹੋਰ ਕੋਈ ਜਿਉਂਦਾ ਹੀ ਨਹੀਂ ਅਧਿਆਤਮਕ ਤੌਰ ਤੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਮਨੁੱਖ ਦੀ ਅਧਿਆਤਮਕ ਤੌਰ ਤੇ ਖੁਰਾਕ ਹੈ ਨਾਮ, ਪਰਮੇਸ਼ਰ ਦੇ ਸ਼ੁਭ ਗੁਣ। ਜੇ ਇਹ ਸ਼ੁਭ ਗੁਣ ਮਨੁੱਖ ਤਿਆਗ ਦੇਵੇਗਾ ਤੇ ਫਿਰ ਕੀ ਹੋਵੇਗਾ? ਵਿਕਾਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਤੜਫੱਲੀ ਮਚਾ ਦੇਣਗੇ। ਵਿਕਾਰ ਮਨੁੱਖ ਨੂੰ ਆਪਣੇ ਅਧੀਨ ਚਲਾਉਣਗੇ ਤੇ ਫਿਰ ਮਨੁੱਖ ਦੀ ਖੱਜਲ ਖੁਆਰੀ ਜਿਹੜੀ ਹੈ ਉਹ ਵੱਧ ਜਾਏਗੀ। ਕਦੀ ਕ੍ਰੋਧ ਆ ਗਿਆ ਤਾਂ ਖੱਜਲ ਖੁਆਰੀ, ਕਿਤੇ ਕਾਮ ਆ ਗਿਆ ਤਾਂ ਖੱਜਲ ਖੁਆਰੀ, ਲੋਭ ਮੋਹ, ਇਹ ਸਭ ਕੁਝ ਆ ਜਾਵੇਗਾ ਜੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦੇ ਸ਼ੁਭ ਗੁਣ ਜਿਹੜੇ ਨੇ ਉਹਨਾਂ ਨੂੰ ਤਿਆਗ ਦਿੱਤਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਵਸਤ ਤਜੀ ਨਹੀਂ ਜਾਈ, ਇਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ, ਤਿਆਗਿਆ ਨਹੀਂ ਜਾ ਸਕਦਾ। ਤੇ ਖਿਆਲ ਕਰਨਾ, ਇਤਿਹਾਸ ਦੇ ਅੰਦਰ ਬਹੁਤ ਸਾਰੀਆਂ ਮਿਸਾਲਾਂ ਸਾਡੇ ਸਨਮੁਖ ਹੈ। ਭਗਤ ਕਬੀਰ ਜੀ ਆਪਣੀ ਪਾਵਨ ਬਾਣੀ ਦੇ ਵਿੱਚ ਇੱਕ ਬੜੀ ਪਿਆਰੀ ਮਿਸਾਲ ਲਿਖਦੇ ਨੇ, ਸਾਡੇ ਸਨਮੁਖ ਰੱਖਦੇ ਨੇ। ਕਹਿੰਦੇ ਨੇ ਵੀ ਜੀਵ ਜਿਹੜਾ ਰੱਬ ਦੇ ਨਾਲ ਵਿਛੋੜਾ ਸੁਣਦਾ ਹੈ, ਜਿਹੜਾ ਰੱਬ ਨੂੰ ਪਿਆਰ ਕਰਦਾ ਹੈ ਨਾ, ਜਿਹਦੇ ਹਿਰਦੇ ਵਿੱਚ ਨਾਮ ਵਸਿਆ ਹੋਇਆ ਹੈ, ਉਹ ਤਿਆਗਣਾ ਨਹੀਂ ਚਾਹੁੰਦਾ। ਜੇ ਕਿਤੇ ਉਹਨੂੰ ਪਤਾ ਲੱਗ ਜਾਵੇ ਵੀ ਮੇਰਾ ਰੱਬ ਦੇ ਨਾਲ ਵਿਛੋੜਾ ਹੈ, ਤੇ ਉਹਨੂੰ ਸਭ ਤੋਂ ਵੱਡਾ ਦੁੱਖ ਜਿਹੜਾ ਹੈ ਨਾ ਉਹ ਵਿਛੋੜੇ ਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ
ਵਿਛੋੜਾ ਸੁਣੇ ਦੁੱਖ, ਨਾ ਡਿਠੇ ਮਰਿਓਂਦ, ਬਾਝ ਪਿਆਰੇ ਆਪਣੇ, ਬਿਰਹੀ ਨਾ ਕਰੋਂਦ। ਉਹ ਪ੍ਰੀਤਮ ਦੇ ਵਿਛੋੜੇ ਦੇ ਵਿੱਚ ਬੈਰਾਗੀ ਬਣ ਜਾਏਗਾ। ਉਹ ਪ੍ਰੀਤਮ ਦੇ ਵਿਛੋੜੇ ਦੇ ਵਿੱਚ ਉਹਨੂੰ ਸਭ ਤੋਂ ਵੱਡਾ ਦੁੱਖ ਹੈ। ਤੇ ਬਾਬਾ ਕਬੀਰ ਜੀ ਉਦਾਹਰਨ ਦਿੰਦੇ ਨੇ ਵੀ ਹਰਨਾਕਸ਼, ਉਹਦੇ ਘਰ ਪੁੱਤਰ ਪੈਦਾ ਹੋਇਆ ਪ੍ਰਹਿਲਾਦ। ਪ੍ਰਹਿਲਾਦ ਜਿਹੜਾ ਸੀ ਰੱਬ ਦਾ ਸਬੱਬ, ਉਹ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ। ਤੇ ਜਿਹੜਾ ਹਰਨਾਕਸ਼ ਸੀਗਾ, ਉਹਨੇ ਕੁਝ ਤਪ ਕਰਕੇ ਰੱਬ ਦੇ ਕੋਲੋਂ ਸ਼ਕਤੀਆਂ ਪ੍ਰਾਪਤ ਕਰ ਲਈਆਂ, ਪਰਮੇਸ਼ਰ ਦੇ ਕੋਲੋਂ ਵਰ ਪ੍ਰਾਪਤ ਕਰ ਲਿਆ। ਮੈਂ ਦਿਨੇ ਮਰਾਂ, ਰਾਤ ਮਰਾਂ, ਨਾ ਧਰਤੀ ਤੇ ਮਰਾਂ, ਨਾ ਅਸਮਾਨ ਦੇ ਵਿੱਚ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਹਥਿਆਰ ਨਾਲ ਮਰਾਂ। ਇਹੋ ਜਿਹੇ ਉਹਨੇ ਵਰ ਪ੍ਰਾਪਤ ਕਰ ਲਿਆ। ਆਪਣੇ ਆਪ ਨੂੰ ਅਮਰ ਸਮਝਣ ਲੱਗ ਪਿਆ ਵੀ ਹੁਣ ਮੈਨੂੰ ਕਿਹੜਾ ਕੋਈ ਮਾਰ ਸਕਦਾ ਹੈ। ਆਖਰ ਉਹਦੇ ਘਰ ਪ੍ਰਹਿਲਾਦ, ਉਹਦਾ ਪੁੱਤਰ ਪੈਦਾ ਹੋਇਆ। ਪ੍ਰਹਿਲਾਦ ਜਦੋਂ ਵੱਡਾ ਹੋਇਆ ਤੇ ਜਿਵੇਂ ਅਕਸਰ ਮਾਪੇ ਬੱਚਿਆਂ ਨੂੰ ਦੁਨਿਆਵੀ ਗੁਣ ਪ੍ਰਾਪਤ ਕਰਨ ਵਾਸਤੇ ਸਕੂਲਾਂ ਵਿੱਚ ਭੇਜਦੇ ਨੇ, ਤੇ ਪ੍ਰਹਿਲਾਦ ਨੂੰ ਵੀ ਸਕੂਲ ਦੇ ਵਿੱਚ ਭੇਜਿਆ ਗਿਆ। ਉੱਥੇ ਉਹਦੇ ਅਧਿਆਪਕ ਜਿਹੜੇ ਸਨ, ਉਹ ਸੰਡਾ ਤੇ ਅਮਰਕ ਸਨ, ਉਹਨੂੰ ਪੜ੍ਹਾਉਣ ਵਾਲੇ ਉਸਤਾਦ। ਤੇ ਉਹ ਉਸਤਾਦ, ਉਹ ਅਧਿਆਪਕ ਹੁਣ ਸਕੂਲ ਵਿੱਚ ਕਰਦੇ ਕੀ ਆ, ਕਿਉਂਕਿ ਹਰਨਾਕਸ਼ ਨੇ ਇਹ ਕਾਨੂੰਨ ਬਣਾ ਦਿੱਤਾ ਵੀ ਸਕੂਲਾਂ ਦੀ ਪਾਠਸ਼ਾਲਾ ਦੇ ਵਿੱਚ ਜੇ ਕਿਸੇ ਨੂੰ ਨਾਮ ਜਪਾਇਆ ਜਾਵੇਗਾ ਤੇ ਉਹ ਮੇਰਾ ਨਾਮ ਜਪਾਇਆ ਜਾਵੇਗਾ, ਹਰਨਾਕਸ਼ ਦਾ ਨਾਮ ਜਪਾਇਆ ਜਾਵੇਗਾ। ਹੁਣ ਉਸਤਾਦ ਜਿਹੜੇ ਨੇ, ਉਹ ਪ੍ਰਹਿਲਾਦ ਦੀ ਫੱਟੀ ਦੇ ਉੱਤੇ, ਪੁਰਾਣੇ ਸਮੇਂ ਦੇ ਵਿੱਚ ਫੱਟੀਆਂ ਲਿਖੀਆਂ ਜਾਂਦੀਆਂ ਸਨ। ਮੇਰੀ ਉਮਰ ਦੇ, ਮੇਰੇ ਤੋਂ ਵੱਡੇਰੀ ਉਮਰ ਦੇ ਇਹ ਗੱਲ ਜਾਣਦੇ ਨੇ, ਅਸੀਂ ਆਪ ਖੁਦ ਫੱਟੀਆਂ ਲਿਖੀਆਂ ਹੋਈਆਂ ਨੇ। ਅਧਿਆਪਕ ਪਹਿਲਾਂ ਸ਼ੁਰੂ ਦੇ ਵਿੱਚ ਅੱਖਰ ਕੱਚੀ ਪੈਨਸਲ ਦੇ ਨਾਲ ਉੱਕਰ ਦਿੰਦੇ ਸਨ, ਤੇ ਪਰਤ ਕੇ ਵਿਦਿਆਰਥੀ ਜਿਹੜਾ ਸੀ ਉਹ ਸਿਆਹੀ ਦੇ ਨਾਲ ਉਹ ਅੱਖਰ ਉੱਪਰ ਪਾ ਕੇ ਲਿਖਦਾ ਹੁੰਦਾ ਸੀ। ਇਸ ਤਰ੍ਹਾਂ ਅੱਖਰਾਂ ਦੀ ਪਹਿਚਾਣ, ਅੱਖਰਾਂ ਨੂੰ ਲਿਖਣ ਦਾ ਢੰਗ ਪਤਾ ਲੱਗ ਜਾਂਦਾ ਸੀ। ਹੁਣ ਉਸ ਪ੍ਰਹਿਲਾਦ ਦੇ ਫੱਟੀ ਦੇ ਉੱਤੇ ਜਦੋਂ ਹਰਨਾਕਸ਼ ਲਿਖਿਆ ਤੇ ਪ੍ਰਹਿਲਾਦ ਕਹਿਣ ਲੱਗਾ, ਨਹੀਂ, ਮੇਰੀ ਪੱਟੀਆ ਲਿਖ ਦਿਓ ਸ਼੍ਰੀ ਗੋਪਾਲ, ਮੇਰੀ ਫੱਟੀ ਦੇ ਉੱਤੇ ਹਰਨਾਕਸ਼ ਦਾ ਨਾਮ ਨਹੀਂ, ਪਰਮੇਸ਼ਰ ਦਾ ਨਾਮ ਲਿਖੋ। ਅਖੀਰ ਸੰਡਾ ਤੇ ਅਮਰਕ ਜਿਹੜਾ ਸੀ, ਉਹਨਾਂ ਨੇ ਸੋਚਿਆ ਕਿ ਇੱਕ ਦਿਨ ਹਰਨਾਕਸ਼ ਨੂੰ ਪਤਾ ਲੱਗ ਜਾਣਾ ਤੇ ਅਸੀਂ ਜਵਾਬਦੇਹੀ ਕੀ ਦੇਵਾਂਗੇ। ਕਿੰਨਾ ਚੰਗਾ ਹੋਵੇ ਅਸੀਂ ਪਹਿਲਾਂ ਹੀ ਹਰਨਾਕਸ਼ ਨੂੰ ਦੱਸ ਦਈਏ ਵੀ ਤੇਰਾ ਪੁੱਤ ਤੇ ਆਹ ਕੰਮ ਕਰਦਾ ਹੈ, ਉਹ ਨਹੀਂ ਪੜ੍ਹਦਾ ਤੇਰਾ ਨਾਮ, ਉਹ ਨਹੀਂ ਲੈਂਦਾ ਤੇਰਾ ਨਾਮ। ਉਹਨਾਂ ਨੇ ਪ੍ਰਹਿਲਾਦ ਨੂੰ ਬੜਾ ਜ਼ੋਰ ਲਾਇਆ, ਪਰ ਪ੍ਰਹਿਲਾਦ ਜਦੋਂ ਨਾ ਮੰਨਿਆ ਹਰਨਾਕਸ਼ ਦਾ ਨਾਮ ਜਪਣ ਵਾਸਤੇ, ਤੇ ਉਹਨਾਂ ਦੋਵਾਂ ਉਸਤਾਦਾਂ ਨੇ ਹਰਨਾਕਸ਼ ਨੂੰ ਜਾ ਕੇ ਗੱਲ ਦੱਸ ਦਿੱਤੀ। ਕਹਿਣ ਲੱਗੇ ਵੀ ਤੇਰਾ ਪੁੱਤ ਤੇਰਾ ਨਾਮ ਨਹੀਂ ਜਪਦਾ। ਉਹ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਤਾੜੀਆਂ ਮਾਰ ਕੇ ਤੇ ਰਾਮ ਦਾ ਨਾਮ ਜਪਾਉਣ ਲੱਗ ਪਿਆ। ਉਹਨੇ ਤੇ ਆਪਣੇ ਨਾਲ ਦੇ ਸਾਥੀ ਵੀ ਵਿਗਾੜ ਦਿੱਤੇ ਨੇ, ਹੁਣ ਉਹ ਵੀ ਤੇਰਾ ਨਾਮ ਨਹੀਂ ਜਪਦੇ। ਮੁਕਤੀ ਗੱਲ ਹਰਨਾਕਸ਼ ਨੇ ਪਹਿਲਾਂ ਸਮਝਾਇਆ, ਫਿਰ ਬੜੇ ਤਸ਼ੱਦਦ ਕੀਤੇ, ਕਿਤੇ ਪਹਾੜ ਦੇ ਵਿੱਚੋਂ ਸੁੱਟ ਕੇ, ਕਿਤੇ ਪਾਣੀ ਦੇ ਵਿੱਚ ਡੋਬ ਕਰਕੇ, ਕਿਤੇ ਅਗਨੀ ਦੇ ਵਿੱਚ ਸੁੱਟ ਕਰਕੇ, ਪਰ ਹਰੇਕ ਵਾਰ ਪ੍ਰਹਿਲਾਦ ਬਚ ਜਾਂਦਾ ਹੈ, ਹਰਨਾਕਸ਼ ਦੀ ਹਾਰ ਹੁੰਦੀ ਹੈ। ਅਖੀਰ ਉਹਦੀ ਮਾਂ ਜਿਹੜੀ ਸੀ, ਉਹ ਵੀ ਆਪਣੇ ਪੁੱਤਰ ਨੂੰ ਕਹਿੰਦੀ ਹੈ, ਸਮਝਾਉਂਦੀ ਹੈ ਵੀ ਤੂੰ ਆਪਣੇ ਪਿਤਾ ਦਾ ਨਾਮ ਜਪ ਜਾ, ਨਹੀਂ ਤੇ ਤੇਰਾ ਪਿਤਾ ਜਿਹੜਾ ਹੈ ਉਹ ਤੈਨੂੰ ਖਤਮ ਕਰ ਦੇਵੇਗਾ। ਪਰ ਪ੍ਰਹਿਲਾਦ ਨੂੰ ਆਪਣੇ ਪਰਮੇਸ਼ਰ ਦੇ ਉੱਤੇ ਭਰੋਸਾ, ਉਹ ਪਰਮੇਸ਼ਰ ਦਾ ਨਾਮ ਨਹੀਂ ਛੱਡਣਾ ਚਾਹੁੰਦਾ, ਉਹਨੂੰ ਨਹੀਂ ਤਿਆਗਣਾ ਚਾਹੁੰਦਾ। ਕਹਿਣ ਲੱਗਾ, ਨਹੀਂ, ਮੈਂ ਪਰਮੇਸ਼ਰ ਦੇ ਨਾਮ ਨੂੰ ਨਹੀਂ ਤਿਆਗਾਂਗਾ। ਅਖੀਰ ਉਸ ਹਰਨਾਕਸ਼ ਨੇ ਇੱਕ ਤੱਤਾ ਥੰਮ ਜਿਹੜਾ ਸੀ ਉਹ ਗਰਮ ਕੀਤਾ, ਲਾਲ ਸੁਰਖਰੂ, ਤੇ ਕਹਿਣ ਲੱਗਾ, ਜੇ ਤੇਰਾ ਭਗਵਾਨ, ਤੇਰਾ ਅਕਾਲ ਪੁਰਖ ਹਰ ਜਰੇ ਦੇ ਵਿੱਚ
तेरी रखिया करने वाला ते इस थंम नूं जिहड़ा है तूं जपी पा। पहला प्रहलाद कहंदा डोलिया, पर अखीर उहने उस तपदे हुए थंम नूं जपी पाई ते वो थंम ठंडा ठार हो गया। उसे थंम दे विचों नरसिंह दा रूप परमेश्वर बन के ते उस हरनाकश दियां जिहड़ियां शर्तां सीगियां रब दे कोलों वर मंगे हुए सन उहनूं पूरीआं करदिआं अपने नखुआं दे नाल, क्योंकि नरसिंह दा मतलब सी अद्धा शरीर उहदा मनुख दा सी ते अद्धा शेर दा सी। ਉਹਨੇ ਆਪਣੇ ਨਖੂਆਂ ਦੇ ਨਾਲ ਉਹਦੀ ਛਾਤੀ ਪਾੜ ਕੇ ਤੇ ਉਹਨੂੰ ਖਤਮ ਕਰ ਦਿੱਤਾ। ਪ੍ਰਹਿਲਾਦ ਦੀ ਜਿੱਤ ਹੋਈ। ਤਾਈਓ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਰ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਪ੍ਰਹਿਲਾਦ ਨੂੰ ਤਰਾ ਦਿੱਤਾ। ਨਾਮਦੇਵ ਦੀ ਗੱਲ ਸਤਿਗੁਰੂ ਮਹਾਰਾਜ ਕਰਦੇ ਨੇ ਵੀ ਨਿੰਦਕਾਂ ने जिहड़ा सी वो पुजारियां ने नामदेव नूं धक्के मारे मंदिर दे विचों। जदों धक्के मारे ते उस वक्त अखीर समय दे हुकूमत इब्राहिम लोधी ने उहने नामदेव दे उत्ते तशद्दद कीता ते जदों तशद्दद कीता ते उस वक्त नामदेव दी मां जिहड़ी है ना वो नामदेव जी नूं आखदी है भी पुत भी तू रब का ही नाम जपना, परमेश्वर का ही नाम जपना, भी तू राम कहना छड्ड के अल्लाह कहना शुरू कर दे, तू आराम छड्ड दे अल्लाह कहना शुरू कर दे, उहदा ही नाम है। पर उस वक्त बाबा नामदेव जी कहन लगे ना तू मेरी मां है, भी तू मेरी मां नहीं, मैं ना तेरा पुत्र है, क्योंकि तू मैनू धक्के दे नाल समय दे हुक्मरान दे कोलों जिहड़ा है धक्के दे नाल अल्लाह अखवाउणा चाहुंदी है। मैं परमेश्वर का नाम नहीं छड्डना चाहुंदा। उस वक्त भावें नामदेव जी नूं तशद्दद सहने पए, परंतु बाबा नामदेव जी ने परमेश्वर के नाम नूं नहीं त्यागिया। इतिहास के अंदर होर बहुत सारियां मिसालां साडे सामने ने। गुरु नानक साहब महाराज ने जिस सिद्धा दी नाल चर्चा की कि सतगुरु महाराज जी ने सिद्धा नूं भी ये गल समझाउणा कीती कि परमेश्वर का नाम, परमेश्वर के गुण जिहड़े ने उन्हां नूं जिंदगी दे विच अपना लवो तानूं परमेश्वर मिल जाएगा। गुरु अंगद देव महाराज अपने जीवन काल के 28 साल देवियां की पूजा करते रहे, क्योंकि पिता पुरखी काम सी। आखिर गुरु नानक साहब महाराज के चरणों के विच गए ते फिर उन्होंने जो परमेश्वर के गुण गुरु नानक साहब महाराज की सिक्ख्या के विचों मिले सन, फिर उन्होंने त्यागया नहीं। हालांकि रजदे पुजदे घर दे सन, लोग कहते भी होणगे बड़ा सोहना हट्टी दुकान करते हैं, ते किथे गुरु नानक साहब महाराज के कोल चल के ते उत्थे चाकरी पे करते हैं। पर गुरु अंगद देव महाराज ने कोई गुण नहीं छड्डे। अखीर भरणे तो गुरु अंगद देव महाराज बन गए। गुरु अमरदास महाराज उन्होंने नाम की प्राप्ति हुई। हालांकि 62 साल तक उन्होंने गुरु नूं धारण नहीं कीता होया। तीर्थ यात्रावां करनियां हरिद्वार दीयां 20 साल 21 साल लगातार तीर्थ यात्रा की है। पर जदों सन्यासी के बोलों ने अंदर हलचल पैदा कर दी भी तू तो अजे किसी को गुरु नहीं धारण किया, तू निगुरा है, ते निगुरे के हथों मैं जल पानी छकिया, मेरा किया होया धर्म कर्म सब खत्म हो गया। उसे ही रात बीतण तो बाद सवेरे अपने ही घर दे विच अपनी भतीज नूं जो कि गुरु अंगद देव महाराज की सपुत्री सी बीबी अमरो, गुरु अमरदास महाराज के भतीजे भाई सुजो नूं ब्याही हुई सी, उहदे कोलों पावन बचन सुने। बचन सुन के गुरु अंगद देव महाराज के चरणों के विच आ गए। हुण देखो रिश्तेदारी दे विच गुड़माचारी है। दूजी गल, गुरु अंगद देव महाराज उम्र के पक्ष तो छोटे ने। गुरु अमरदास महाराज का प्रकाश
1479 ਦਾ है। ਤੇ ਗੁਰੂ ਅੰਗਦ ਦੇਵ ਮਹਾਰਾਜ ਦਾ ਜਿਹੜਾ ਜਨਮ ਹੈ ਉਹ 1504 ਦਾ ਹੈ। 25 ਸਾਲ ਗੁਰੂ ਅੰਗਦ ਦੇਵ ਮਹਾਰਾਜ ਛੋਟੇ ਨੇ ਗੁਰੂ ਅਮਰਦਾਸ ਮਹਾਰਾਜ ਤੋਂ। ਫਿਰ ਦੂਸਰੀ ਗੱਲ, ਆਮ ਸਮਾਜ ਦੇ ਵਿੱਚ ਕੀ ਹੁੰਦਾ ਵੀ ਜਿਹੜੇ ਲੜਕੀ ਵਾਲੇ ਹੁੰਦੇ ਨੇ, ਇਸਤਰੀ ਵਾਲੇ ਪੱਖ ਤੋਂ ਹੁੰਦੇ ਨੇ, ਉਹਨਾਂ ਨੂੰ ਆਮ ਕਰਕੇ ਅਸੀਂ ਨੀਵੇਂ ਸਮਝਦੇ ਹਾਂ, ਲੜਕੇ ਵਾਲਿਆਂ ਨੂੰ ਉੱਚੇ ਸਮਝਦੇ ਹਾਂ। ਅੱਜ ਤੱਕ ਵਿਤਕਰਾ ਹੈ ਸਮਾਜ ਦੇ ਅੰਦਰ ਚੱਲਦਾ ਹੋਇਆ। ਹੁਣ ਗੁਰੂ ਅਮਰਦਾਸ ਮਹਾਰਾਜ ਲੜਕੇ ਵਾਲੇ ਨੇ, ਉਹਨਾਂ ਦਾ ਭਤੀਜਾ ਹੈ ਤੇ ਗੁਰੂ ਅੰਗਦ ਦੇਵ ਮਹਾਰਾਜ ਦੀ ਸਪੁੱਤਰੀ ਹੈ। ਰਿਸ਼ਤੇ ਦੇ ਪੱਖ ਤੋਂ ਵੀ ਜੇ ਸਮਾਜ ਦੀ ਨਜ਼ਰ ਦੇ ਨਾਲ ਦੇਖੀਏ ਤੇ ਉੱਚੇ ਨੇ। ਪਰ ਇੱਕ ਵਾਰ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਚਲੇ ਗਏ, ਜਾਣ ਤੋਂ ਬਾਅਦ ਫਿਰ ਉਹਨਾਂ ਨੇ ਸਾਰਾ ਕੁਝ ਸਮਾਜਿਕ ਤੌਰ ਤੇ ਤਿਆਗ ਦਿੱਤਾ ਤੇ ਕੇਵਲ ਪਕੜਿਆ ਕਿ ਗੁਰੂ ਅੰਗਦ ਦੇਵ ਮਹਾਰਾਜ ਦੇ ਬੋਲ, ਰੱਬੀ ਬੋਲ, ਪਰਮੇਸ਼ਰ ਦੇ ਗੁਣ, ਉਹਨਾਂ ਨੂੰ ਪਕੜ ਲਿਆ। ਭਾਵੇਂ ਲੋਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਇਹ ਲਿਖਾਵਾਂ ਹੈ, ਇਹ ਕੁੜਮਾਂ ਦੇ ਘਰ ਪਾਣੀ ਭਰਦਾ ਹੈ, ਇਹ ਬੁਢਾਪਾ ਰੁਲਦਾ ਪਿਆ ਹੈ। ਉਹਨਾਂ ਦੇ ਕਬੂਲ ਇੱਕ ਪਾਸੇ ਰੱਖ ਦਿੱਤੇ, ਕੇਵਲ ਤੇ ਕੇਵਲ ਸੇਵਾ ਨੂੰ ਮੁੱਖ ਰੱਖਿਆ। ਪਰਮੇਸ਼ਰ ਦੇ ਗੁਣਾਂ ਨੂੰ ਇੱਕ ਜਿਹੜਾ ਸੀ ਉਹ ਆਪਣੇ ਜੀਵਨ ਦੇ ਅੰਦਰ ਸਾਂਭ ਕੇ ਰੱਖਿਆ, ਉਹਨਾਂ ਨੂੰ ਤਿਆਗਿਆ ਨਹੀਂ। ਗੁਰੂ ਅਮਰਦਾਸ ਮਹਾਰਾਜ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਬਣ ਗਏ ਸੇਵਾ ਕਰਨਾ ਕਰਕੇ। ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਨਹੀਂ ਤਿਆਗਿਆ ਉਹ ਕਿਸੇ ਮੁਕਾਮ ਦੇ ਉੱਤੇ ਚਲੇ ਗਏ। ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਨੂੰ ਵੇਖੋ, ਅਨਾਥ ਹੋ ਗਏ ਸਨ ਬਚਪਨ ਦੇ ਵਿੱਚ। 7 ਸਾਲ ਦੀ ਉਮਰ ਤੱਕ ਪਹੁੰਚਦਿਆਂ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ। ਪਰ ਗੁਰੂ ਅਮਰਦਾਸ ਮਹਾਰਾਜ ਦੀ ਸੰਗਤ, ਉਹਨਾਂ ਦੇ ਕੋਲੋਂ ਰੱਬੀ ਗੁਣ ਪ੍ਰਾਪਤ ਹੋਏ, ਉਹਨਾਂ ਨੂੰ ਤਿਆਗਿਆ ਨਹੀਂ। ਭਾਈ ਜੇਠੇ ਤੋਂ ਗੁਰੂ ਰਾਮਦਾਸ ਮਹਾਰਾਜ ਬਣ ਗਏ। ਅੱਗੇ ਤੋਂ ਅੱਗੇ ਆਪਾਂ ਇਹ ਗੱਲ ਸਾਰੀ ਦੇਖਦੇ ਹਾਂ ਤੇ ਨਤੀਜੇ ਇਸ ਦੇ ਉੱਤੇ ਪਹੁੰਚਦੇ ਹਾਂ ਵੀ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਘੁੱਟ ਕੇ ਪਕੜ ਕੇ ਰੱਖਿਆ ਉਹ ਕਿਸੇ ਮੁਕਾਮ ਦੇ ਉੱਤੇ ਪਹੁੰਚ ਗਏ। ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਰੱਬੀ ਗੁਣ ਜਿਹੜੇ ਨੇ, ਇਹ ਥਾਲ ਦੇ ਵਿੱਚ ਪਈਆਂ ਹੋਈਆਂ ਜਿਹੜੀਆਂ ਵਸਤੂਆਂ ਨੇ, ਰੱਬੀ ਬੋਲ ਨੇ, ਇਹਨਾਂ ਨੂੰ ਤਿਆਗਿਆ ਨਹੀਂ ਜਾ ਸਕਦਾ। ਇਹ ਵਸਤ ਤਜੀ ਨਹੀਂ ਜਾਈ, ਨਿਤ ਨਿਤ ਰੱਖ ਉਰ ਧਾਰੋ। ਇਹਨੂੰ ਹਿਰਦੇ ਦੇ ਵਿੱਚ ਸਾਂਭ ਕੇ ਰੱਖਣਾ, ਨਿਤ ਨਿਤ ਰੱਖ ਉਰ ਧਾਰੋ। ਇਹਦੀ ਵਿਚਾਰ ਆਪਾਂ ਕੱਲ ਕਰਾਂਗੇ ਵੀ ਕਿਵੇਂ ਹਿਰਦੇ ਦੇ ਵਿੱਚ ਸਾਂਭ ਕੇ ਰੱਖਣਾ ਤੇ ਕਿਵੇਂ ਨਿਤ ਹੀ ਇਹ ਸਾਡੇ ਜੀਵਨ ਦੇ ਵਿੱਚ ਆਉਣ ਵਾਲੀਆਂ ਕੰਮ ਆਉਣ ਵਾਲੇ ਇਹ ਗੁਣ ਨੇ। ਇਹ ਆਪਾਂ ਕੱਲ ਵਿਚਾਰ ਕਰਾਂਗੇ। ਸਤਿਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਵੀ ਰੱਬੀ ਗੁਣਾਂ ਨੂੰ ਹਿਰਦੇ ਵਿੱਚ ਸਾਂਭ ਕੇ ਰੱਖੀਏ, ਫਿਰ ਸਾਡਾ ਜੀਵਨ ਲੋਕ ਪਰਲੋਕ ਸੁਹੇਲਾ ਹੋ ਜਾਏਗਾ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਨਤ ਭੁੱਲਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।